ਵਾਹਿਗੁਰੂ ਸਾਹਿਬ ਜੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸ਼ਰਮ ਅਸਾੜੀ ਜੀਓ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸ਼ਰਮ ਅਸਾੜੀ ਜੀਓ। ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੇ ਹੋਏ ਹਫ਼ਤਾਵਾਰੀ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ, ਆਓ ਸਿੱਖ ਰਹਿਤ ਮਰਿਆਦਾ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰਹਿਤ ਮਰਿਆਦਾ ਦੀ ਲੜੀਵਾਰ ਵਿਚਾਰ ਦੇ ਵਿੱਚ ਗੁਰਮਤਿ ਦੀ ਰਹਿਣੀ ਦੇ ਸਰਲੇਖ ਹੇਠ ਵਿਚਾਰ ਕਰਦਿਆਂ ਆਪਾਂ ਨਿਯਮ ਨੰਬਰ 56 ਜੋ ਪਿਛਲੀ ਵਾਰੀ ਪੜ੍ਹਿਆ ਸੀ, ਸੰਖੇਪ ਦਾ ਭਾਵ ਵਿਚਾਰਿਆ ਸੀ, ਅੱਜ ਇੱਥੋਂ ਹੀ ਫਿਰ ਆਪਾਂ ਵਿਚਾਰ ਸ਼ੁਰੂ ਕਰਨੀ ਆ। ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ। ਸਿੱਖ ਰਹਿਤ ਮਰਿਆਦਾ ਦੇ ਤਹਿਤ ਸਿੱਖ ਗੁਰਸਿੱਖ ਨੂੰ ਤਾਕੀਦ ਹੈ ਕਿ ਗੁਰੂ ਕਾ ਸਿੱਖ ਗਰੀਬ ਦੀ ਰਸਨਾ, ਗਰੀਬ ਦੀ ਰਸਨਾ, ਗਰੀਬ ਦੀ ਜ਼ੁਬਾਨ, ਗਰੀਬ ਭੁੱਖਾ ਤੇ ਉਹਦਾ ਪ੍ਰਸ਼ਾਦਾ, ਭਾਵ ਗਰੀਬ ਦੀ ਲੋੜ, ਉਸ ਨੂੰ ਪੂਰਾ ਕਰਨਾ। ਗੁਰੂ ਕੀ ਗੋਲਕ ਜਾਣੇ ਦਾ ਭਾਵ ਕਿ ਉਹ ਉਥੇ ਗਰੀਬ ਦੀ ਲੋੜ ਪੂਰੀ ਕਰਕੇ ਇਵੇਂ ਜਾਣੇ ਕਿ ਮੇਰੀ ਮਾਇਆ ਗੁਰੂ ਕੀ ਗੋਲਕ 'ਚ ਚਲੀ ਗਈ ਹੈ, ਮੈਂ ਗੁਰੂ ਦੀ ਸੇਵਾ ਵਿੱਚ ਭੇਟ ਕਰ ਦਿੱਤੀ ਹੈ। ਪੁਰਾਤਨ ਗੁਰਸਿੱਖ ਆਪਣੇ ਜੀਵਨ ਦੇ ਅੰਦਰ ਗੁਰੂ ਕੇ ਹੁਕਮਾਂ ਅਨੁਸਾਰ ਆਪਣੇ ਘਰ ਦੇ ਵਿੱਚ ਗੁਰੂ ਕੇ ਦਸਵੰਧ ਵਾਸਤੇ ਕੋਈ ਬਰਤਨ ਰੱਖਦੇ ਸਨ ਜਿਹਦੇ ਵਿੱਚ ਦਸਵੰਧ ਦੀ ਮਾਇਆ ਇਕੱਠੀ ਕੀਤੀ ਜਾਂਦੀ ਸੀ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਮਸੰਦਾਂ ਦੀ ਪ੍ਰਣਾਲੀ ਨੂੰ ਆਰੰਭ ਕੀਤਾ ਤੇ ਆਮ ਕਰਕੇ ਮਸੰਦ ਹੀ ਘਰਾਂ ਦੇ ਵਿੱਚ ਗੁਰ ਸਿੱਖਾਂ ਦੀ ਦਸਵੰਧ ਦੀ ਇਕੱਤਰ ਕੀਤੀ ਮਾਇਆ ਆਪਣੇ ਆਪਣੇ ਇਲਾਕੇ ਤੋਂ ਇਕੱਤਰ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਾਇਆ ਕਰਦੇ ਸਨ। ਪਰ ਸਮੇਂ ਦੇ ਨਾਲ ਜਦੋਂ ਇਸ ਪ੍ਰਣਾਲੀ ਦੇ ਵਿੱਚ ਕੁਝ ਖੜੋਤ ਆਈ, ਕੁਝ ਮਸੰਦ ਜਿਹੜੇ ਨੇ ਉਹ ਇਸ ਮਾਇਆ ਨੂੰ ਗੁਰੂ ਕੀ ਗੋਲਕ ਤੱਕ ਪਹੁੰਚਾਉਣ ਤੋਂ ਬਿਨਾ ਨਿੱਜੀ ਸਵਾਰਥਾਂ ਲਈ ਵਰਤਣਾ ਜਾਂ ਜਦੋਂ ਸਿੱਖਾਂ ਕੋਲੋਂ ਲੈਣ ਜਾਣਾ ਉਹਨਾਂ ਦਾ ਵਿਹਾਰ ਠੀਕ ਨਾ ਹੋਣਾ ਤੇ ਇਸ ਸਾਰੇ ਕੁਝ ਨੂੰ ਵੇਖਦਿਆਂ ਜਦੋਂ ਗੁਰੂ ਕੇ ਚਰਨਾਂ ਵਿੱਚ ਇਸ ਤਰ੍ਹਾਂ ਦੀਆਂ ਬੇਨਤੀਆਂ ਪੁੱਜੀਆਂ ਕਿ ਸ਼ਰਧਾਵਾਨ ਸਿੱਖਾਂ ਨੂੰ ਮਸੰਦ ਤੰਗ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਮਸੰਦ ਸਿਸਟਮ ਖਤਮ ਕਰ ਦਿੱਤਾ। ਆਮ ਕਰਕੇ ਫਿਰ ਗੁਰੂ ਕੇ ਸਿੱਖ ਸਿੱਧੇ ਰੂਪ ਦੇ ਵਿੱਚ ਜਾਂ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਇਸੇ ਲਈ ਦੋ ਪੁਰਬ ਵਿਸਾਖੀ ਦਾ ਦਿਹਾੜਾ ਜਾਂ ਗੁਰੂ ਨਾਨਕ ਸਾਹਿਬ ਦਾ ਪੁਰਬ ਬੰਦੀ ਛੋੜ ਦਿਵਸ, ਇਹਨਾਂ ਦੋ ਵਿਸ਼ੇਸ਼ ਦਿਨਾਂ ਤੇ ਸਿੱਖਾਂ ਨੇ ਜਥੇ ਦੇ ਰੂਪ ਦੇ ਵਿੱਚ ਆਪਣੇ ਇਲਾਕੇ ਤੋਂ ਚੱਲ ਕੇ ਗੁਰੂ ਕੇ ਚਰਨਾਂ ਵਿੱਚ ਪਹੁੰਚਣਾ ਤੇ ਨਾਲ ਨਾਲ ਉਹਨਾਂ ਨੇ ਆਪਣੀ ਦਸਵੰਧ ਦੀ ਇਕੱਤਰ ਹੋਈ ਮਾਇਆ ਲਿਆ ਕੇ ਤੇ ਗੁਰੂ ਚਰਨਾਂ ਵਿੱਚ ਭੇਟ ਕਰਨੀ। ਦਰਅਸਲ ਇਹ ਤਾਂ ਸੀ ਕਿ ਗੁਰੂ ਕੇ ਕਿਰਤੀ ਸਿੱਖਾਂ ਦੀ ਦਸਵੰਧ ਦੀ ਮਾਇਆ ਨਾਲ ਗਰੀਬ ਲੋੜਵੰਦਾਂ ਦੀ ਲੋੜ ਪੂਰੀ ਕੀਤੀ ਜਾ ਸਕੇ। ਸਾਡੇ ਇਤਿਹਾਸ ਦੇ ਵਿੱਚ ਇਹ ਵਿਚਾਰਾਂ ਦਰਜ ਨੇ, ਸਾਡੀ ਤਵਾਰੀਖ ਹੈ ਕਿ ਗੁਰੂ ਸਾਹਿਬ ਨੇ ਦਸਵੰਧ ਦੀ ਮਾਇਆ ਦੇ ਨਾਲ ਗਰੀਬ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ। ਗਰੀਬ ਬੱਚੀਆਂ ਦੀ ਵਿਆਹ ਦੇ ਕਾਰਜਾਂ ਵਿੱਚ ਸਹਾਇਤਾ ਕੀਤੀ ਹੈ। ਜਿਸ ਇਲਾਕੇ ਦੇ ਵਿੱਚ ਪਾਣੀ ਦੀ ਕਿੱਲਤ ਸੀ ਉਸ ਸਮੇਂ ਉੱਥੇ ਖੂਹ ਲਗਵਾਏ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਖੂਹ ਲਗਵਾਏ। ਛੇਹਰਟਾ ਸਾਹਿਬ ਗੁਰਦੁਆਰਾ ਜਿੱਥੇ 6ਵੇਂ ਪਾਤਸ਼ਾਹ ਦਾ ਜਨਮ ਹੋਇਆ, 5ਵੇਂ ਪਾਤਸ਼ਾਹ ਨੇ ਉੱਥੇ ਖੂਹ ਲਗਵਾਇਆ ਸੀ, ਜਿਹੜੇ ਖੂਹ ਦੇ ਉੱਤੇ ਇੱਕੋ ਵਾਰ 6 ਹਰਟ ਚੱਲੇ ਤਾਂ ਛੇਹਰਟਾ ਕਹਿੰਦੇ ਨੇ। ਛੇਹਰਟਾ ਸਾਹਿਬ ਆਪਾਂ ਸੰਖੇਪ ਵਿੱਚ ਅੱਜ ਨਾਂ ਲੈਂਦੇ ਆ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੇਰਾ ਖਿਆਲ ਵੀ 6-7 ਕਿਲੋਮੀਟਰ ਦੀ ਦੂਰੀ ਤੇ ਹੀ ਹੈ। ਇਹ ਖੂਹ ਲਗਵਾਉਣੇ ਜਿੱਥੇ ਪਾਣੀ ਦੀ ਲੋੜ ਸੀ, ਉੱਥੇ ਰੋਗੀਆਂ ਦੀ ਦੇਖਭਾਲ ਵਾਸਤੇ ਗੁਰੂ ਘਰਾਂ ਦੇ ਵਿੱਚ ਦਵਾਈਆਂ ਦਾ, ਸਫਾਖਾਨਿਆਂ ਦਾ, ਹਸਪਤਾਲ ਕਹਿ ਲਈਏ ਅੱਜ ਦੀ ਭਾਸ਼ਾ ਵਿੱਚ, ਤਰਨਤਾਰਨ ਸਾਹਿਬ ਦੀ ਧਰਤੀ ਤੇ ਕੋੜੀਖਾਨਾ ਬਣਵਾਇਆ ਗਿਆ ਜਿੱਥੇ ਕੋੜੀਆਂ ਨੂੰ ਲਿਆ ਕੇ ਸੰਭਾਲਿਆ ਜਾਂਦਾ ਸੀ, ਉਹਨਾਂ ਦਾ ਇਲਾਜ ਕੀਤਾ ਜਾਂਦਾ ਸੀ। ਤੇ ਇਸੇ ਢੰਗ ਦੇ ਨਾਲ ਵੱਖ-ਵੱਖ ਥਾਵਾਂ ਤੇ ਗੁਰੂ ਪਾਤਸ਼ਾਹ ਨੇ ਖੂਹ ਲਗਵਾਏ, ਤਲਾਬ ਬਣਵਾਏ, ਆਰਥਿਕ ਲੋੜ ਗਰੀਬ ਦੀ ਪੂਰੀ ਕੀਤੀ ਔਰ ਹਰੇਕ ਭੁੱਖੇ ਵਾਸਤੇ ਅੰਨ ਦਾ ਪ੍ਰਬੰਧ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਲੰਗਰ ਦੀ ਪ੍ਰਥਾ ਨੂੰ ਪਰਪੱਕ ਕੀਤਾ ਤਾਂ ਜੋ ਲੋੜਵੰਦਾਂ ਦੀ ਮਦਦ ਹੁੰਦੀ ਰਹੇ। ਗੁਰੂ ਕੇ ਸਿੱਖਾਂ ਦੀ ਕਿਰਤ ਦਾ ਜਿਹੜਾ ਦਸਵੰਧ ਹੈ ਉਹਦਾ ਸਹੀ ਥਾਂ ਤੇ ਪ੍ਰਯੋਗ ਹੋ ਸਕੇ।
ਤੇ ਸਤਿਗੁਰੂ ਪਾਤਸ਼ਾਹ ਨੇ ਆਪਾਂ ਇਤਿਹਾਸ ਜਦੋਂ ਪੜ੍ਹਦੇ ਆ, ਜਦੋਂ ਲਾਹੌਰ ਦੇ ਵਿੱਚ ਕਾਲ ਪਿਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਸਵੰਧ ਦੀ ਮਾਇਆ ਲੈ ਕੇ ਆਪਣੇ ਸਿੱਖਾਂ ਨੂੰ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਇੱਥੋਂ ਤੱਕ ਕਿ ਉਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹੁਤ ਛੋਟੀ ਆਯੂ ਦੇ ਸਨ। ਲੰਬਾ ਸਮਾਂ ਉਸ ਜਿੱਥੇ ਲਾਹੌਰ ਦੇ ਵਿੱਚ ਕਾਲ ਪਿਆ, ਗੁਰੂ ਸਾਹਿਬ ਦਸਵੰਧ ਦੀ ਮਾਇਆ ਦਾ ਧਨ ਲੈ ਕੇ ਜਿੱਥੇ ਲੋੜਵੰਦਾਂ ਨੂੰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ, ਰੋਗੀਆਂ ਲਈ ਦਵਾਈ ਦਾ ਪ੍ਰਬੰਧ ਕੀਤਾ, ਔਰ ਜਿਹੜੇ ਕਾਲ ਦਾ ਪਏ ਹੋਣ ਦਾ ਕਰਕੇ ਬਿਮਾਰੀਆਂ ਫੈਲ ਗਈਆਂ ਤੇ ਜਿਹੜੇ ਚੜ੍ਹਾਈ ਕਰਕੇ ਉਹਨਾਂ ਦੇ ਸੰਸਕਾਰ ਤੇ ਉਹਨਾਂ ਨੂੰ ਦਫਨਾਉਣ ਦਾ ਪ੍ਰਬੰਧ ਕੀਤਾ। ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਲਾਹੌਰ ਦੀ ਧਰਤੀ ਤੇ ਕਾਲ ਪਏ ਦੇ ਸਮੇਂ ਸਿੱਖਾਂ ਦੀ ਦਸਵੰਧ ਦੀ ਮਾਇਆ ਦੇ ਨਾਲ ਸੇਵਾ ਕਰ ਰਹੇ ਸਨ, ਉੱਥੇ ਉਹਨਾਂ ਨੇ ਜੇ ਕੋਈ ਹਿੰਦੂ ਚਲਾਣਾ ਕਰ ਗਿਆ ਉਹਦਾ ਸੰਸਕਾਰ ਕੀਤਾ, ਜੇ ਕੋਈ ਮੁਸਲਮਾਨ ਚੱਲ ਵਸਿਆ ਉਹਦੇ ਧਰਮ ਮੁਤਾਬਕ ਉਹਨੂੰ ਦਫਨਾਉਣ ਦਾ ਪ੍ਰਬੰਧ ਕੀਤਾ। ਭਾਵ ਹਰ ਤਰ੍ਹਾਂ ਦੇ ਨਾਲ ਇਸ ਮਾਇਆ ਨੂੰ ਲੋੜਵੰਦਾਂ ਦੀ ਸੇਵਾ ਦੇ ਵਿੱਚ ਲਾਇਆ ਤੇ ਇਹ ਦਸਵੰਧ ਦਾ ਭਾਵ ਸਾਨੂੰ ਸਮਝਾਇਆ ਕਿ ਕਿੱਥੇ ਇਸ ਨੂੰ ਵਰਤਿਆ ਜਾਣਾ। ਭਾਵੇਂ ਕਿ ਗੁਰੂ ਘਰ ਦੇ ਅੰਦਰ ਸਭ ਥਾਵਾਂ ਤੇ ਆਮ ਵਰਤਾਰਾ ਤੇ ਨਹੀਂ ਹੈ, ਪਰ ਕਿਤੇ ਕਿਤੇ ਗੁਰ ਇਤਿਹਾਸ ਦੀ ਚੇਤਨਾ ਮੌਜੂਦ ਹੈ ਕਿ ਗਰੀਬਾਂ ਲੋੜਵੰਦਾਂ ਦੀ ਮਦਦ ਕੀਤੀ ਜਾਣੀ, ਧਰਮ ਦੇ ਪ੍ਰਚਾਰ ਵਾਸਤੇ ਪੈਸੇ ਨੂੰ ਵਰਤਿਆ ਜਾਣਾ। ਭਾਵੇਂ ਕਿ ਵਰਤਾਰਾ ਹਰ ਥਾਂ ਤੇ ਇਹੋ ਜਿਹਾ ਨਹੀਂ, ਪਰ ਜਿੱਥੇ ਹੈ ਗੁਰੂ ਪਾਤਸ਼ਾਹ ਮਿਹਰ ਕਰੇ ਉਹਦੀ ਪ੍ਰੇਰਣਾ ਸਾਰਿਆਂ ਨੂੰ ਮਿਲ ਸਕੇ। ਕਿਉਂਕਿ ਆਪਾਂ ਦੇਖਦੇ ਹਾਂ ਕਿੰਨਾ ਕੁ ਗੁਰਦੁਆਰੇ ਸਾਡੀ ਸੰਸਥਾ ਹੈ ਕਿ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਵਾਸਤੇ, ਸਿੱਖ ਧਰਮ ਦੇ ਪ੍ਰਚਾਰ ਨੂੰ ਆਪਣੀ ਕਮਿਊਨਿਟੀ ਤੋਂ ਬਿਨਾਂ ਦੂਸਰੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਆਪਾਂ ਕਿੰਨਾ ਕੁ ਪੈਸਾ ਖਰਚ ਕਰਦੇ ਹਾਂ। ਕਿਉਂਕਿ ਦਸਵੰਧ ਦੀ ਮਾਇਆ ਇਹਨਾਂ ਕਾਰਜਾਂ ਵਾਸਤੇ ਜ਼ਰੂਰੀ ਸੀ ਵੀ ਇੱਥੇ ਵਰਤੀ ਜਾਵੇ। ਕਿਸੇ ਗਰੀਬ ਲੋੜਵੰਦ ਨੂੰ ਆਰਥਿਕ ਤੌਰ ਤੇ ਮਦਦ ਕਰਕੇ ਉਹਨੂੰ ਪੈਰਾਂ ਤੇ ਖੜਾ ਕੀਤਾ ਜਾ ਸਕੇ। ਮੈਨੂੰ ਕਿਸੇ ਸੱਜਣ ਨੇ ਆਪ ਸੰਗਤ ਵਿੱਚੋਂ ਹੀ ਦੱਸਿਆ ਕਿ ਜਿਹੜੇ ਜੂਸ਼ ਲੋਕ ਨੇ ਇਹਨਾਂ ਨੇ ਨਿਊਯਾਰਕ ਦੇ ਵਿੱਚ ਇੱਕ ਸੰਸਥਾ ਬਣਾ ਰੱਖੀ ਹੈ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਤੋਂ, ਔਰ ਸਾਰੇ ਉੱਥੇ ਆਪਣਾ ਫੰਡ ਇਕੱਠਾ ਕਰਦੇ ਨੇ। ਜਦੋਂ ਕੋਈ ਬੰਦਾ ਨਵਾਂ ਉਹਨਾਂ ਦੇ ਧਰਮ ਦਾ ਆਇਆ ਹੁੰਦਾ, ਜਿਹਨੂੰ ਸੈਟਲ ਹੋਣ ਵਾਸਤੇ ਹੈਲਪ ਦੀ ਜ਼ਰੂਰਤ ਹੈ, ਉਹਦੀ ਹਰ ਤਰ੍ਹਾਂ ਦੇ ਨਾਲ ਮਦਦ ਕਰਦੇ ਨੇ। ਉਹਨੂੰ ਨੌਕਰੀ ਕਿਵੇਂ ਮਿਲ ਸਕੇ, ਜੇ ਉਹ ਸਟੂਡੈਂਟ ਹੈ ਤਾਂ ਚੰਗੇ ਕਾਲਜ ਵਿੱਚ ਪੜ੍ਹਾਈ ਦਾ ਉਹਦਾ ਪ੍ਰਬੰਧ ਕੀਤਾ ਜਾ ਸਕੇ। ਜੇ ਕਿਸੇ ਨੂੰ ਕੁਝ ਛੋਟਾ ਮੋਟਾ ਕਾਰੋਬਾਰ ਚਲਾਉਣ ਦੀ ਲੋੜ ਹੈ, ਪੈਸੇ ਨਾਲ ਉਹਦੀ ਮਦਦ ਕੀਤੀ ਜਾ ਸਕੇ, ਔਰ ਉਹਨੂੰ ਆਪਣੀ ਉਹ ਸੁਸਾਇਟੀ ਦਾ ਮੈਂਬਰ ਬਣਾ ਲੈਂਦੇ ਨੇ। ਔਰ ਉਹਦਾ ਇਹ ਫਰਜ਼ ਹੁੰਦਾ ਹੈ ਵੀ ਜਦੋਂ ਆਪ ਕੰਮਕਾਰ ਪੈਸੇ ਕਮਾਉਣ ਲੱਗ ਪਵੇ, ਫਿਰ ਉਹਦੇ ਵਿੱਚੋਂ ਕੁਝ ਮਾਇਆ ਉਸ ਸੁਸਾਇਟੀ ਨੂੰ ਦੇਵੇ ਵੀ ਜਿਹੜਾ ਮੇਰੇ ਤੋਂ ਪਿੱਛੋਂ ਆਉਣ ਵਾਲਾ ਉਹਦੀ ਮਦਦ ਕੀਤੀ ਜਾ ਸਕੇ। ਤੇ ਕੁਦਰਤੀ ਗੱਲ ਹੈ ਵੀ ਜਿਹੜੇ ਧਰਮ ਦੇ ਲੋਕ ਉਹਦੀ ਮਦਦ ਕੀਤੀ ਹੋਏਗੀ, ਉਹਨੂੰ ਕੰਮ ਦਿਵਾਇਆ ਹੋਏਗਾ, ਕਾਰੋਬਾਰ ਵਿੱਚ ਸਹਾਈ ਹੋਏ ਹੋਣਗੇ, ਉਹਨੂੰ ਜ਼ਬਰਦਸਤੀ ਦੀ ਲੋੜ ਨਹੀਂ। ਉਹ ਆਪਣੇ ਆਪ ਹੀ ਕੁਝ ਪੈਸਾ ਉੱਥੇ ਦੇਵੇਗਾ ਕਿ ਜਿਵੇਂ ਮੇਰੀ ਮਦਦ ਹੋਈ ਹੈ ਇਵੇਂ ਸਾਡੇ ਧਰਮ ਦੇ ਲੋਕਾਂ ਦੀ ਮਦਦ ਹੋ ਸਕੇ, ਜਿਹਦੇ ਨਾਲ ਲੋਕ ਆਪਣੇ ਧਰਮ ਨਾਲ ਵੀ ਜੁੜੇ ਰਹਿੰਦੇ ਨੇ ਔਰ ਬਾਹਰੀ ਤੌਰ ਤੇ ਆਰਥਿਕ ਮਜ਼ਬੂਤੀ ਵੀ ਮਿਲਦੀ ਹੈ। ਕਿਉਂਕਿ ਸੰਸਾਰ ਵਿੱਚ ਰਹਿੰਦਿਆਂ ਇਹ ਆਰਥਿਕ ਤੌਰ ਤੇ ਹਰੇਕ ਧਰਮ ਕੌਮ ਦਾ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ, ਔਰ ਉਹ ਖੁਸ਼ੀ ਨਾਲ ਫਿਰ ਉਹ ਸੁਸਾਇਟੀ ਨੂੰ ਪੈਸੇ ਦਿੰਦੇ ਨੇ।
पर संस्था गुरुद्वारे रूप दे विच साडे कोल बहुत वड्डी है, पर इस तरह का उपराला जिहड़ा वो बहुत घट है। गुरु पातशाह मेहर करे असीं गुरुद्वारे ते शानदार बना लैने आ, देश विदेश दे विच कोई घाटा नहीं। एक तजर्बा साझा करा, जे सिख दे प्रचार वास्ते पैसे की गल है, साडा सिख जगत इन्ना दिल खोल के उस पासे नहीं चलता जिन्ना गुरुद्वारे दियां इमारतां नूं बनाउण ते सजाउण विच पैसा लाउणा चाहुंदा है। कारण वो लगा दिखाई दे रहा है भी इन्हें बनाया, इन्हां ने काम कीता है। ये ठीक है भी गुरुद्वारे बहुत सुंदर होने चाहिए ने, साडी कौम की शान का प्रतीक है, इहदे विच कोई दो रावां नहीं। पर जिन्हां गुरुद्वारियां दे विच जिन्हां ने आके बैठना है, जिन्हां साडी पीढ़ी ने इस गुरुद्वारियां दी रौनक बनना है, जे असीं उन्हां नूं ना संभालिया, सिੱਖੀ दे श्रेष्ठ सिद्धांत एक दिन समय दा मजाक बन के रह जाणगे और बेनती करदिआं बन रहे ने। मैं अपना एक तजर्बा साझा करन लग्या अपने पिंड तो ही, और सारिਆਂ ਦਾ ही होएगा। किसे आपां भरा दी ड्यूटी प्रचारक दी लाई भी पिंड विच प्रचार हो सके, ते जेड़े मुखी सज्जण ने सारे पिंडां दा वरतारा है भी जदों होले महल्ले दे 7-8 दिन हुंदे ने, ते आप तुसीं जाणदे हो भी पिंड तो बार-बार मेन रोड ते सारे लंगर लाए हुंदे ने, 2-2 किलोमीटर ते वो लंगर हुंदे ने। पिछों साके आया, अगे जबरदस्ती रुख तोड़ के सुटिया हुंदा भी गड्डी रोकनी है, ते उत्थे उन्हां नूं जलेबियां पकौड़े बहुत तरह की सेवा करनी चाहिए है, पर लोड़ मुताबक कोई वक्फा ते होना चाहिए। पर वो ये हुंदा भी हर पिंड दा आपो अपना। उस लंगर दे विच हर साल करीब 2.5-3 लाख तो लैके 4 लाख तक हर वारी खर्चा आउंदा है। ये मैं अपने एक पिंड की गल कर रहा, पूरे इलाकिਆਂ ਦਾ पिंडा 12,786 के लागे सागे पंजाब के पिंड ने, और किन्ने करोड़ नहीं, मेरा ख्याल अरबां च पैसा बन जाएगा जिहड़ा इस काम लई लाया जा रहा है, पर उसका असर कितना कुछ दिखाई दे रहा। चलो खैर, ਉਹਦੇ ਵਿੱਚ 3.5-4 ਲੱਖ ਰੁਪਈਆ ਹਰ ਸਾਲ ਉੱਥੇ ਲਾਇਆ ਜਾਂਦਾ। ਵਿਚਾਰ ਹੋਈ, ਜਿਹੜੇ ਮੁਖੀ ਸੱਜਣ ਨੇ ਉਹ ਫੌਜ ਦੇ ਰਿਟਾਇਰ ਨੇ ਔਰ ਬੜੇ ਗੁਰਮੁਖ ਨੇ, ਕਹਿਣ ਲੱਗੇ ਵੀ ਸਾਡੇ ਕੋਲ ਮਾਇਆ ਲੋਕ ਬਥੇਰੀ ਸੇਵਾ ਕਰਦੇ, ਫੰਡ ਪਿਆ ਹੁੰਦਾ, ਤੁਸੀਂ ਬੱਚਿਆਂ ਵਾਸਤੇ ਜੇ ਕਿ ਬੇਨਤੀ ਕੀਤੀ ਸੀ ਵੀ ਬੱਚਿਆਂ ਵਾਸਤੇ ਪੁਸਤਕਾਂ ਲਿਆਉਣੀਆਂ, ਤੁਸੀਂ ਕੁਝ ਮਦਦ ਕਰਦੇ ਹੋ। ਉਹਦੇ ਮਨ ਵਿੱਚ ਇਹ ਭਾਵਨਾ ਸੀ ਪਿਆਰ ਵਾਲਾ, ਕਹਿਣ ਲੱਗਾ ਵੀ ਅਸੀਂ 10,000 ਰੁਪਇਆ ਗੁਰਮਤ ਦੀਆਂ ਪੁਸਤਕਾਂ ਵਾਸਤੇ ਤੁਹਾਨੂੰ ਲੰਗਰ ਵਾਲੇ ਫੰਡ ਚੋਂ ਦੇ ਦਿਆਂਗੇ, ਪਰ ਮੈਨੂੰ ਦੂਸਰਿਆਂ ਨਾਲ ਸਲਾਹ ਕਰਨੀ ਪੈਣੀ ਹੈ ਕਿਉਂਕਿ ਸਾਂਝਾ ਕੰਮ ਹੈ। ਉਹ ਜਦੋਂ ਦੂਸਰਿਆਂ ਨਾਲ ਵਿਚਾਰ ਕੀਤੀ, ਉਹ ਕਹਿਣ ਲੱਗੇ ਵੀ 10,000 ਰੁਪਇਆ ਕਿਤਾਬਾਂ ਵਾਸਤੇ, ਪ੍ਰਚਾਰ ਵਾਸਤੇ, ਇਹ ਲੰਗਰ ਦੀ ਸਾਂਝੀ ਮਾਇਆ ਤੁਸੀਂ ਐਵੇਂ ਨਹੀਂ ਦੇ ਸਕਦੇ। ਕਹਿਣ ਲੱਗੇ ਵੀ ਕਿਉਂ? ਕਹਿੰਦਾ ਕਿਤਾਬਾਂ ਲਿਆ ਕੇ ਰੱਖ ਦੇਣੀਆਂ, ਕੌਣ ਪੜ੍ਹਦਾ, ਉੱਤੇ ਘੱਟਾ ਪੈਂਦਾ ਰਹਿਣਾ, ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਬਿਲਕੁਲ ਇਸ ਤਰ੍ਹਾਂ ਜੀ ਇਸ ਫੰਡ ਦੇ ਵਿੱਚੋਂ ਇਹ ਪੈਸੇ ਨਹੀਂ ਦਿੱਤੇ ਜਾ ਸਕਦੇ ਔਰ ਨਹੀਂ ਦਿੱਤੇ ਗਏ। ਚਲੋ ਕਿਵੇਂ ਵੀ ਕਰਕੇ ਉਹ ਸਾਰਾ ਕੁਝ ਸਭ ਕਿਤਾਬਾਂ ਖਰੀਦ ਲਈਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਪਰ ਸਾਡੀ ਸਿੱਖ ਦੀ ਸੋਚ 4 ਲੱਖ ਰੁਪਇਆ ਲੰਗਰਾਂ ਤੇ ਲਾਇਆ ਜਾ ਸਕਦਾ ਹੈ, ਪ੍ਰਚਾਰ ਵਾਸਤੇ 10,000 ਰੁਪਇਆ ਨਹੀਂ ਹੈ। और उत्थे विचार बन रही है कि गुरुद्वारे दे ऊपर गुंबद बनाया जाना है, ਉਹਦਾ तकरीबन 3-4 ਲੱਖ ਰੁਪਇਆ खर्चा है, और सारिਆਂ ਨੂੰ अपीलां कीतियां जा रहीਆਂ कि जिन्हां दे धी पुत्त विदेश रहिंदे ने ਉਹ घੱਟ ਤੋਂ घੱਟ 20-21 ਤੋਂ ਥੱਲੇ पर्ची ना कटायो, गुरुद्वारे ਦਾ गुंबद बनाउणा है। रात ਨੂੰ रहरास साहिब ਦਾ पाठ ਹੁੰਦਾ, ਕੱਲਾ ग्रंथी करदा ਹੁੰਦਾ ਜਾਂ ਕੋਈ ਬਜ਼ੁਰਗ माता किते मत्था टेकदा, गुरुद्वारे कोई भी नहीं ਹੁੰਦਾ। ਸਾਡੇ ਪ੍ਰਚਾਰ ਦੀ ਇਹ ਹਾਲਤ ਹੈ, ਤੇ ਗੁਰੂ ਸਾਹਿਬ ਮਿਹਰ ਕਰਨ ਦਸਵੰਧ ਦੀ ਮਾਇਆ, ਜਿੱਥੇ ਲੋੜਵੰਦ ਸਿੱਖਾਂ ਦੀ ਮਦਦ ਕਰਕੇ ਉਹਨੂੰ ਬਰਾਬਰ ਲਿਆਉਣ ਦੀ ਸੀ, ਉੱਥੇ ਆਪਣੀ ਪੀੜ੍ਹੀ ਨੂੰ ਬਚਾਉਣ ਵਾਸਤੇ, ਗੁਰਸਿੱਖੀ ਦੇ ਪ੍ਰਚਾਰ ਵਾਸਤੇ ਸਾਨੂੰ ਉਪਰਾਲੇ ਕਰਨ ਦੀ ਲੋੜ ਹੈ, ਤੇ ਜਿਹਦੇ ਨਾਲ
ਗਰੀਬ ਦੀ ਲੋੜ ਪੂਰੀ ਹੋਵੇ, ਉਹਨੂੰ ਕਹਿਣਾ ਨਾ ਪਵੇ ਵੀ ਸਿੱਖ ਧਰਮ ਮਹਾਨ ਹੈ ਜਾਂ ਤੂੰ ਸਿੱਖੀ ਦੇ ਵਿੱਚ ਆ ਜਾ, ਉਹ ਆਪਣੇ ਆਪ ਕਵੇ ਵੀ ਮੈਨੂੰ ਸਿੱਖ ਬਣਾ ਲਓ। ਕਦੀ ਗੁਰੂ ਦਾ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਕੇ ਲੋਕਾਂ ਦੇ ਪਿੱਛੇ ਨਹੀਂ ਸੀ ਜਾਂਦੇ ਵੀ ਆ ਜਾ ਤੂੰ ਸਿੱਖੀ ਧਾਰਨ ਕਰ ਲਾ। ਭਾਈ ਮੰਝ ਵਰਗੇ ਏਡੇ ਏਡੇ ਹੋਰ ਮੁਖੀ ਬੰਦੇ, ਪਿੰਡਾਂ ਦੇ ਚੌਧਰੀ, ਉਹ ਆ ਕੇ ਗੁਰੂ ਨੂੰ ਬੇਨਤੀ ਕਰਦੇ, ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਓ। ਕਿਉਂ? ਸਿਸਟਮ ਇੱਕ ਦਿਖਾਈ ਦਿੰਦਾ ਸੀ, ਸੱਚ ਦੀ ਗੱਲ, ਇੰਨਾ ਚੰਗਾ ਸੁਚੱਜਾ ਪ੍ਰਬੰਧ, ਇੰਨਾ ਚੰਗਾ ਸਿੱਖਾਂ ਦਾ ਜੀਵਨ, ਲੋਕ ਆ ਕੇ ਤਰਲਾ ਲੈਂਦੇ ਸੀ ਵੀ ਮੈਨੂੰ ਆਪਣਾ ਸਿੱਖ ਬਣਾ ਲਓ। ਅੱਜ ਤਰਲੇ ਲੈਣੇ ਪੈਂਦੇ ਨੇ ਵੀ ਗੁਰੂ ਕੇ ਸਿੱਖ ਅਖਵਾਉਣ ਵਾਲਿਓ ਅੰਮ੍ਰਿਤ ਛਕ ਲਓ। ਕਹਿੰਦੇ ਕੁਝ ਤਾਂ ਰੱਬ ਕਿਰਪਾ ਕਰੂ ਛਕ ਲਾਂਗੇ। ਹੈਰਾਨੀ, ਸਤਿਗੁਰ ਪਾਤਸ਼ਾਹ ਮਿਹਰ ਕਰੇ, ਕਿਉਂਕਿ ਗੁਰੂ ਕਾ ਸਿੱਖ ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਜਾਣੇ। ਗੁਰੂ ਕੀ ਗੋਲਕ ਜਾਣਦਿਆਂ ਹੋਇਆ ਲੋੜਵੰਦਾਂ ਦੀ ਮਦਦ ਕਰਨੀ ਗੁਰੂ ਕੇ ਸਿੱਖ ਦਾ ਫਰਜ਼ ਹੈ। ਔਰ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਤਕੀਦ ਕੀਤੀ ਗਈ ਹੈ। ਭਾਈ ਸਾਹਿਬ ਭਾਈ ਨੰਦ ਲਾਲ ਦੇ ਰਹਿਤਨਾਮੇ ਦੇ ਬਚਨ ਨੇ। ਭਾਈ ਸਾਹਿਬ ਆਖਦੇ ਨੇ ਕਿ ਗੋਲਕ, ਜਿਹੜਾ ਸਿੱਖ ਗੁਰੂ ਕੀ ਗੋਲਕ ਨਹੀਂ ਰੱਖਦਾ, ਗੋਲਕ ਗੁਰੂ ਕੀ ਨਾ ਰੱਖਣ ਵਾਲਾ ਸਿੱਖ ਜਿਹੜਾ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਵੀ ਛਲ ਕਾ ਕਰੇ ਵਪਾਰ। ਉਹ ਛਲ ਦਾ ਵਪਾਰ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ। ਜਿਹੜਾ ਗੁਰੂ ਕੀ ਗੋਲਕ ਦੇ ਨਮਿਤ ਦਸਵੰਧ ਨਹੀਂ ਦਿੰਦਾ, ਗੁਰੂ ਦਸਵੰਧ ਨਾ ਦੇਵੇ ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਬਸਾਹੇ। ਉਹਦਾ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ? ਜਿਹੜਾ ਗੁਰੂ ਨਾਲ ਧੋਖਾ ਕਰ ਸਕਦਾ ਹੈ, ਉਹ ਦੂਜੇ ਦਾ ਕਿਵੇਂ ਮਿੱਤ ਹੋ ਸਕਦਾ ਹੈ? ਭਾਈ ਸਾਹਿਬ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਦੇ ਵਿੱਚ ਜ਼ਿਕਰ ਆਉਂਦਾ ਹੈ। ਭਾਈ ਸਾਹਿਬ ਆਖਦੇ ਨੇ 10 ਲੱਖ ਕਰ ਜੋ ਕਾਰ ਕਮਾਵੇ, ਤਾਂ ਕਰ ਧਨ ਜੋ ਘਰ ਮੈਂ ਆਵੇ, ਤਿਸ ਤੇ ਗੁਰ ਦਸਵੰਧ ਜੋ ਦੇਈ, ਸੋ ਸਿੰਘ ਸੋ ਜਸ ਬਹੁ ਜਗ ਮੈਂ ਲਈ। ਉਹ ਸਿੰਘ ਸੰਸਾਰ ਵਿੱਚ ਬਹੁਤ ਜਸ ਲੈਂਦਾ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਆਪਣੀ ਗੁਰੂ ਦੇ ਨਮਿਤ ਦਸਵੰਧ ਦਿੰਦਾ। ਦਸਵੰਧ ਤੁਸੀਂ ਸਾਰੇ ਸਮਝਦੇ ਹੋ। ਫਿਰ ਬੇਨਤੀ ਕਰਦੇ ਆ, ਆਪਣੀ ਕਮਾਈ ਦੇ ਨਫੇ ਵਿੱਚੋਂ 10ਵਾਂ ਹਿੱਸਾ ਲੋੜਵੰਦਾਂ ਦੀ ਮਦਦ ਵਾਸਤੇ ਭੇਟਾ ਕਰਨਾ ਗੁਰੂ ਕੇ ਚਰਨਾਂ ਵਿੱਚ, ਜਿੱਥੋਂ ਸੰਯੁਕਤ ਰੂਪ ਦੇ ਵਿੱਚ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਆਪਣੇ ਤੌਰ ਤੇ ਵੀ ਲੋੜਵੰਦਾਂ ਦੀ ਮਦਦ ਇਸ ਦਸਵੰਧ ਦੀ ਮਾਇਆ ਦੇ ਨਾਲ ਕੀਤੀ ਜਾ ਸਕਦੀ ਹੈ। ਸੋ ਅਗਲਾ ਨੰਬਰ ਹੈ 49, ਚੋਰੀ ਯਾਰੀ ਨਾ ਕਰੇ, ਜੂਆ ਨਾ ਖੇਡੇ। ਗੁਰਸਿੱਖ ਨੂੰ ਹਦਾਇਤ ਹੈ ਵੀ ਭਾਵੇਂ ਕਿੰਨੀ ਵੀ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੋਵੇ, ਪਰ ਗੁਰੂ ਕਾ ਸਿੱਖ ਕਿਸੇ ਦਾ ਮਾਲ ਚੁਰਾਉਣ ਵਾਲੀ ਬਿਰਤੀ ਨਾ ਰੱਖੇ, ਚੋਰੀ ਨਾ ਕਰੇ। ਇਥੋਂ ਤੱਕ ਕਿ ਗੁਰਬਾਣੀ ਦੇ ਵਿੱਚ ਸਤਿਗੁਰਾਂ ਦਾ ਵਾਕ ਹੈ। ਪਾਤਸ਼ਾਹ ਕਹਿੰਦੇ ਨੇ ਗੁਰੂ ਕਾ ਸਿੱਖ ਇੰਜ ਜਾਣੇ ਭਈ ਚੋਰੀ ਕਰਕੇ ਜਿਹੜਾ ਮਾਲ ਹੜੱਪਣਾ ਹੈ, ਜਿਵੇਂ ਕਿਸੇ ਵੀ ਹਾਲਤ ਵਿੱਚ ਹਿੰਦੂ ਨੂੰ ਗਊ ਖਾਣ ਦੇ ਬਰਾਬਰ ਹੈ ਔਰ ਮੁਸਲਮਾਨ ਨੂੰ ਸੂਰ ਖਾਣ ਦੇ ਬਰਾਬਰ ਹੈ। ਔਰ ਗੁਰੂ ਪਾਤਸ਼ਾਹ ਨੇ ਫਰਮਾਨ ਕੀਤਾ, ਸਾਹਿਬ ਆਖਦੇ ਨੇ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਕਹਿਣ ਲੱਗੇ ਗੁਰੂ ਪੀਰ ਨੇ ਹਾਮੀ ਤਾਂ ਭਰਨੀ ਹੈ ਜੇ ਠੱਗੀ ਮਾਰ ਕੇ ਨਹੀਂ ਖਾਂਦਾ। ਇੱਥੋਂ ਤੱਕ ਸਤਿਗੁਰ ਪਾਤਸ਼ਾਹ ਕਹਿੰਦੇ ਕੋਈ ਸਿੱਖ ਭੁਲੇਖੇ ਵਿੱਚ ਹੋਵੇ ਕਿ ਠੱਗੀ ਦਾ ਛਲ ਦਾ ਮਾਲ ਜਿਹੜਾ ਉਹਦੇ ਵਿੱਚੋਂ ਆਪਾਂ ਕੁਝ ਧਰਮ ਲਈ ਦਾਨ ਕਰ ਦਿਆਂਗੇ ਤੇ ਆਪਣਾ ਜਿਹੜਾ ਉਹ ਪੜਦਾ ਉਹ ਗੁਰੂ ਢੱਕ ਲਏਗਾ। ਪਰ ਗੁਰੂ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਮਾਰਨ ਕਹਿੰਦੇ ਨੇ ਮਸਾਲੇ ਨੂੰ। ਕਹਿਣ ਲੱਗੇ ਹਰਾਮ ਦੇ ਮਾਲ ਵਿੱਚ ਕੁਝ ਦਾਨ ਪੁੰਨ ਧਰਮ ਦੇ ਨਾਂ ਤੇ ਕੀਤੇ ਦਾ ਮਸਾਲਾ ਵੀ ਪਾ ਲਓ, ਕਦੀ ਹਲਾਲ ਨਹੀਂ ਹੋਣ ਲੱਗਾ। ਗੁਰੂ ਨਾਨਕ ਸਾਹਿਬ ਦਾ ਵਚਨ ਹੈ।
और इत्थों तक साहब आखते ने, चोर की हामा भरे ना कोए, चोर किया चंगा क्यों होए। चोर की हामी गुरु साहब कहते भी मैं नहीं भर सकता, कोई भी नहीं भरदा। ये गल वखरी है भी समा इदां दा भी कोई हिस्सापति हो जाए तो भावें भर भी दवे, पर गुरु पातशाह कहते भी मैं नहीं भर सकता। चोर की हामा भरे ना कोए, चोर किया चंगा क्यों होए। गुरु का सिख चोर नहीं, किरती है, मेहनती है। इस करके गुरु पातशाह मेहर करे, सिख रहत मर्यादा दे अंदर दर्ज है 99 नंबर गुरमत दी रहनी दे सरलेख हेठ कि चोरी यारी ना करे। दूसरा नंबर है यारी। जारी दा इत्थे अर्थ है बदकारी तो, इत्थे जारी दा अर्थ दोस्ती नहीं। गुरबाणी दे विच दा तुसीं कदी ख्याल कीता होए, जिथे दोस्त प्यार की गल आई है परमात्मा संबंधी, चाहे गुरसिखां संबंधी, उत्थे गुरबाणी विच यईए लफ्ज दे नाल जिहड़ा यार लफ्ज वरतिया उहदा अर्थ मित्र प्यारा है। परमात्मा वास्ते भी सुन यार हमारे सज्जन एक करो बेनंतियां। पर जिथे बदकारी बद चलन जीवन वास्ते गुरबाणी विच जिक्र आया, उत्थे यार लफ्ज जिजे नाल आया है। चोरां यारां रंडियां, कुटनियां दीवान, बेदीना की दोस्ती बेदीना का खान, होर भी बहुत सारे प्रमाण ने। खैर, पर इत्थे सिख रहत मर्यादा विच लफ्ज ते यईया वरतिया गया है, पर इत्थे इहदा अर्थ जिहड़ा है वो बदकारी तो है, अखलाकी गिरावट तो है कि गुरु का सिख जिथे चोरी करनी मना है उत्थे यारी भी मना है। स्पष्ट लफ्जां दे विच कि पराई इस्त्री नाल कोई संबंध रखना, ये यारी बिल्कुल सिख रहत मर्यादा दे अंदर, और गुरबाणी दा सिद्धांत है साडा कि सिख नूं विवर्जित किया गया है, मना किया गया है। इस वास्ते कि गुरु का सिख जिहड़ा गुरु चाहुंदे ने कि इखलाक करके सिख उच्चा होवे। संसार दे अंदर पातशाह दी गुरबाणी दा प्रमाण है कि संसार दे अंदर जेड़ा कुछ इस्त्री रूप दिखाई दे रहा है, कहन लगे परमात्मा ने फुल्लां दी वाड़ी पैदा कीती है, इहदे सारे फुल्लां दे विचों तैनू हक है कि तू एक फुल नूं चुन सकदा है, पर दूसरियां वल वो नज़र दूसरी पराई दृष्ट वाली नहीं रख सकदा। इत्थों तक साहब ने आखिया, कहन लगे कि जे तू इस तरह का कोई कर्म करे ते याद रखी गृहस्थी ते कंत होण दी पदवी गवा लवेगा। संसार दे बाग नूं उस परमात्मा ने फुलवाड़ी नूं खिड़ा के रखिया, जे ओदी सुंदरता सोज सुगंधी वेख के कहन लगे भी तैनू हक नहीं है कि तू उस फुल नूं तोड़न दा यतन करें। गुरबाणी दी पंक्ति है, सब कहंदे ने क्या गलायो भूष पर वेल ना जोहे कंत तू, नानक फुल्ला संधी वाड़ खिड़िया हब संसार जियो। रहतनामिਆਂ ਦੇ ਵਿੱਚ बचन आउंदे ने, वेशवा द्वारे सिख जो जावे पर स्त्री स्यो नेह लगावे, सो तनखाइया मूल कहावे। भाई नंद लाल जी का वचन है। सो सिख रहत मर्यादा च दर्ज किया कि चोरी यारी ना करे, जुआ ना खेडे। गुरु का सिख जिहड़ा है वो जुआ ना खेडे किसी भी रूप दे विच। जुआ जिहड़ा हमेशा हार वाली खेड है। जुआरी की करते ने कि हुण जित जावांगा, हुण जित जावांगा, इसे आस विच आर्थिक तौर ते कंगाल हो जाते ने। वो जिथे अपने परिवार वास्ते मुसीबतां पैदा करते ने, उथे समाज विच भी उन्हां दा कोई सत्कार नहीं हुंदा। इसलिए सिख रहत मर्यादा दा अंग है कि सिख जुआ ना खेडे किसी भी रूप दे विच। लाटरियां वाला सिस्टम भी जुआ ही है। ये भी निकल आउण दे लालच नाल ही बंदा पाई जाता है। सो गुरु के सिख वास्ते हुक्म है
इत्थों तक बेनती भी सतगुरुआं दी बाणी दा वाक है कि जुआ खेडण काची सारी, ये हार वाली खेड है। चोर यार जुआर पीड़ै कहानी है, गुरबाणी दा वाक है। इस करके सतगुरु पातशाह दा सिख जिहड़ा है ਉਹ ਇਹ ਸਾਰੇ ਤਿੰਨ ਕਰਮ ਇਸ ਲਾਈਨ ਦੇ ਵਿੱਚ ਦਿੱਤੇ ਨੇ। ਚੋਰੀ ਯਾਰੀ ਨਾ ਕਰੇ, ਜੂਆ ਨਾ ਖੇਡੇ। ਗੁਰੂ ਕੇ ਸਿੱਖ ਵਾਸਤੇ ਇਹ ਹੁਕਮ ਜਿਹੜੇ ਨੇ ਸਿੱਖ ਰਹਿਤ ਮਰਿਆਦਾ ਦੇ ਸਾਡੇ ਸਾਰਿਆਂ ਵਾਸਤੇ ਨੇ। ਔਰ ਗੁਰੂ ਮਿਹਰ ਕਰੇ ਇਹਨਾਂ ਦੀ ਕਮਾਈ ਕਰ ਸਕੀਏ। ਕੁਝ 4-5 ਨਿਯਮ ਗੁਰਮਤਿ ਰਹਿਣੀ ਦੇ ਬਾਕੀ ਨੇ, ਉਹ ਆਪਾਂ ਅਗਲੇ ਹਫਤੇ ਵਿਚਾਰਨ ਦਾ ਯਤਨ ਕਰਾਂਗੇ। ਸੋ ਇਸੇ ਤਰ੍ਹਾਂ ਅੱਗੇ जन्म संस्कार, आनंद संस्कार ते मृतक संस्कार ये विषय शुरू होने ने। गुरु पातशाह मेहर करे गुरसिख रहत मर्यादा दी विचार करदिआं इनू अपने जीवन का अंग बना सकीए। सो सिख रहत मर्यादा के संबंध विच इन्ने क वचन प्रवान करने, कुछ विचार